ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ। ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ। ਮੋਬ ਲਿੰਚਿੰਗ ਅਤੇ ਨਾਬਾਲਗਾਂ ਨਾਲ ਜਬਰ ਜਨਾਹ ਲਈ ਮੌਤ ਦੀ ਸਜ਼ਾ ਸ਼ਾਹ। ਕੌਮਾਂਤਰੀ ਸਰਹੱਦ ਤੇ ਪਾਕਿਸਤਾਨੀ ਘੁਸਪੈਠੀਆ ਮਾਰਿਆ। ਨਕੋਦਰ ਦੇ 2 ਭਰਾਵਾਂ ਦਾ ਨਾਲਾਗੜ੍ਹ ਵਿਖੇ ਕਤਲ। ਰਾਘਵ ਚੱਡਾ ਰਾਜ ਸਭਾ ਤੋਂ ਮੁਅੱਤਲ। ਪ੍ਰਧਾਨ ਮੰਤਰੀ ਮੋਦੀ ਨੇ ਮਣੀਪੁਰ ਤੇ ਹਾਸਸ ਕੀਤੀਆਂ ਗੱਲਾਂ ਰਾਹੁਲ ਗਾਂਧੀ। ਹੁਣ ਖਬਰਾਂ ਵਿਸਥਾਰ ਨਾਲ ਅਤੇ ਕੁਝ ਹੋਰ ਅਹਿਮ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਲੋਕ ਸਭਾ ਵਿੱਚ 3 ਨਵੇਂ ਬਿੱਲ ਪੇਸ਼ ਕੀਤੇ। ਇਨ੍ਹਾਂ ਵਿੱਚ ਭਾਰਤੀ ਨਿਆਂ ਸੰਹਿਤਾ 2023, ਭਾਰਤੀ ਸਿਵਲ ਰੱਖਿਆ ਕੋਡ 2023 ਅਤੇ ਭਾਰਤੀ ਸਬੂਤ ਬਿੱਲ 2023 ਸ਼ਾਮਲ ਹਨ। ਇਹ ਬਿੱਲ ਇੰਡੀਅਨ ਪੀਨਲ ਕੋਡ, IPC ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਬ੍ਰਿਟਿਸ਼ ਯੁੱਗ ਦੇ ਐਵੀਡੈਂਸ ਐਕਟ ਦੀ ਥਾਂ ਲੈਣਗੇ। ਤਿੰਨੋਂ ਬਿੱਲਾਂ ਨੂੰ ਜਾਂਚ ਲਈ ਸੰਸਦੀ ਕਮੇਟੀ ਕੋਲ ਭੇਜਿਆ ਜਾਵੇਗਾ। ਇਹਨਾਂ ਬਿੱਲਾਂ 'ਚ ਮੋਬ ਲਿੰਚਿੰਗ ਅਤੇ ਨਾਬਾਲਗ ਨਾਲ ਜਬਰ ਜਨਾਹ ਕਰਨ ਤੇ ਮੌਤ ਦੀ ਸਜ਼ਾ ਦਾ प्रावधान रखा गया है। इस तो इलावा देशद्रोह नाल संबंधित केसां संबंधी भी बदलाव किए गए हैं। तीनों बिल पेश करते हुए अमित शाह ने कहा है कि पुराने कानूनों का फोकस ब्रिटिश प्रशासन नूं मजबूत ਅਤੇ ਸੁਰੱਖਿਅਤ देना सी। उन्हां राही लोकां नूं सज़ा नहीं दी गई। उन्होंने कहा कि प्रधान मंत्री ने बीती 15 अगस्त नूं लाल किले तो देश के सामने 5 प्रण लए सन। उन्हां विचों एक प्रण सी कि असीं गुलामी दीआं सारियां निशानियां नूं खत्म करांगे। मैं अज जो 3 बिल लैके आया हाँ वो तीनों बिल मोदी जी लई चुकी गई एक 100 नूं पूरा कर रहे हैं। माननीय अध्यक्ष, ये तीनों विधेयक दंड विधान प्रक्रिया, क्रिमिनल जस्टिस सिस्टम को बेसिक कानून, इसके लिए मूलभूत कानून ये 3 विधेयकों के अंदर है। एक है इंडियन पीनल कोड जो 1860 में बनाया गया। दूसरा है क्रिमिनल प्रोसीजर कोड जो 1898 में बनाया गया। और तीसरा है इंडियन एविडेंस एक्ट जो 1872 में बनाया गया। 1860, 1898 और 1872 में अंग्रेजों द्वारा बनाए गए, अंग्रेजों की संसद के द्वारा पारित किए गए ये तीनों कानूनों को समाप्त कर आज हम तीनों नए कानून पुरस्कृत करने के लिए मैं आया हूं। तरन दे खालड़ा सैक्टर विच पिंड थे कला नज़दीक अज सवेरे तड़के BSF वल्लों कंडियाली तार पार तो सरहदी पार करके भारती खेतर विच दाखिल होने की कोशिश कर रहे पाकिस्तानी घुसपैठियों नूं गोली मार दी गई है। BSF वल्लों तलाशी अभियान तो बाद मृतक की लाश बरामद करके पुलिस नूं सौंप दी गई है। DSP भिखीविंड प्रीत इंदर सिंह ने दस्सिया है कि BSF ने सरहद ते पाकिस्तान वाले पासे तो कोई मनुखी हलचल देखी तो गोली चलाई गई। गोली लगन कारण घुसपैठिए की मौत हो गई। DSP ने दस्सिया है कि तलाशी दौरान उसकी जेब विचों 1 रुपये और 5 रुपये का पाकिस्तानी सिक्का मिला है। ਅੱਜ ਥੇ ਕਲਾਂ BPO ਪੋਸਟ ਦੇ ਏਰੀਏ ਦੇ ਵਿੱਚ ਇੱਕ ਸਵੇਰ 6:15 ਵਜੇ ਇੱਕ ਆਦਮੀ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਰੁਕਣ ਵਾਸਤੇ BSF ਨੇ 3 ਦਫਾ ਪੁਕਾਰਿਆ ਪਰ ਉਹ ਨਹੀਂ ਰੁਕਿਆ ਤੇ ਸਿੱਧਾ ਤਾਰਾਂ ਵੱਲ ਨੂੰ ਆ ਗਿਆ। ਜਿਸ ਸੰਬੰਧ ਦੇ ਵਿੱਚ BSF ਦੇ ਜਵਾਨ ਨੇ ਆਪਣੀ ਸਤਰਕਤਾ ਰੱਖਦੇ ਉਹਨੂੰ ਰੋਕਣ ਦੀ ਖਾਤਰ ਤਾਂ ਕਿ ਉਹ ਕ੍ਰਾਸ ਨਾ ਕਰ ਸਕੇ, ਜੇ ਤਾਰਾਂ ਵੱਲ ਨਾ ਆ ਸਕੇ, ਫਾਇਰ ਕੀਤੇ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਜਦੋਂ ਚੈੱਕ ਕੀਤਾ ਤਾਂ ਉਹਦੀ ਮੌਤ ਹੋ ਗਈ। ਨੇ ਅਜੇ ਪਹਿਚਾਣ ਨਹੀਂ ਹੋਈ। BSF ਜਿਹੜੀ ਫਲੈਗ ਮੀਟਿੰਗ ਪਾਕਿਸਤਾਨੀ ਰੇਂਜਰਾਂ ਨਾਲ ਕਰ ਰਹੀ ਹੈ ਤੇ ਸਾਨੂੰ ਉਹ ਲਿਖਤੀ ਦੇ ਰਹੇ ਨੇ, ਉਹਦੇ ਮੁਤਾਬਕ ਅਸੀਂ ਜਿਹੜੀ ਨੈਕਸਟ ਕਾਨੂੰਨੀ ਕਾਰਵਾਈ ਉਹ ਕਰਾਂਗੇ। ਬਰਾਮਦਗੀ ਉਹਨੂੰ ਜਨਰਲ ਚੈੱਕਅਪ ਕਰਨ ਤੇ ਉਹਨੇ ਕਾਲੇ ਰੰਗ ਦਾ ਜਿਹੜਾ ਕੁੜਤਾ ਪਜਾਮਾ ਪਾਇਆ ਹੋਇਆ ਤੇ ਚਮੜੇ ਦੀ ਚੱਪਲ ਪਾਈ ਜਿਹੜੀ ਪਾਕਿਸਤਾਨੀ ਆਮ ਤੌਰ ਤੇ ਪਾਉਂਦੇ ਨੇ। ਉਹਦੀ ਜੇਬ ਦੇ ਵਿੱਚੋਂ ਇੱਕ 1 ਰੁਪਈਏ ਦਾ ਤੇ ਇੱਕ 5 ਰੁਪਈਏ ਦਾ 2 ਪਾਕਿਸਤਾਨੀ ਸਿੱਕੇ ਜਿਹੜੇ ਆ ਉਹ ਬਰਾਮਦ ਹੋਏ ਨੇ। रोपड़ जिले के घनौली नाल लगते गुआढ़ी सूबे हिमाचल प्रदेश विच नकोदर के 2 भरावां का कतल कर दिता गया है। हैरानी की गल यह है कि हमलावरां ने सड़क के किनारे दोनों भरावां नूं
ਚਾਕੂਆਂ ਨਾਲ ਮਾਰਿਆ ਅਤੇ ਲੋਕ ਉੱਥੋਂ ਲੰਘ ਰਹੇ ਸਨ, ਪਰ ਕਿਸੇ ਨੇ ਵੀ ਦੋਵਾਂ ਭਰਾਵਾਂ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਤਲ ਦੀ ਇਸ ਘਟਨਾ ਨੂੰ ਮੌਕੇ ਤੇ ਖੜੇ ਇੱਕ ਵਿਅਕਤੀ ਨੇ ਆਪਣੇ ਮੋਬਾਈਲ ਫੋਨ ਤੇ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਰੁਣ ਬਾਵਾ ਅਤੇ ਕੁਨਾਲ ਬਾਵਾ ਜਲੰਧਰ ਦੀ ਡਿਵੀਜ਼ਨ ਨਕੋਦਰ ਅਧੀਨ ਪੈਂਦਾ ਪਿੰਡ ਖੀਵਾ ਦੇ ਰਹਿਣ ਵਾਲੇ ਸਨ। ਦੋਵਾਂ ਤੇ ਨਾਲਾਗੜ੍ਹ ਰਾਮ ਸ਼ਹਿਰ ਰੋਡ ਤੇ ਪ੍ਰੀਤ ਕਲੋਨੀ ਨੇੜੇ ਪੰਜਾਬ ਤੋਂ ਆਏ 3 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਸਪਤਾਲ ਵਿੱਚ ਇਲਾਜ ਅਧੀਨ ਦੋਵਾਂ ਦੀ ਮੌਤ ਹੋ गई। घटना की सूचना मिलते ही पुलिस मौके की जांच कर रही है। फोन पर एक पुलिस स्टेशन में सेम टाइम पे ये बताया कि हमारा जो रामशहर रोड है उस नज़दीक जो तारादेवी मंदिर के लिए रास्ता जाता है और साथ में ही वहाँ पे मस्जिद है, उस मोड़ पे ही एकांत में 2 आदमी घिरे पड़े हैं और काफ़ी लोग इकट्ठे हुए हैं जिनसे पेट से खून निकल रहा है। तो कृपया आप आके जल्दी से देख लें। उसी समय पुलिस तकरीबन 5 और 7 मिनट के अंदर यहाँ से तकरीबन 2 किलोमीटर पे और पुलिस 5-7 मिनट में वहाँ पे पहुँच गई। हमने उन लोगों को जिनको हम जानते नहीं थे हॉस्पिटल लाए तो वहाँ पे एक ब्रॉड डेड हुआ और दूसरी थोड़ी देर बाद क्लियर कर दिया। उनका जब हमने एड्रेस कंफर्म किया तो पता चला कि दोनों ही लड़के जलंधर के रहने वाले हैं, खीवा गांव के हैं और तहसील उनकी नकोदर है। और जब उनसे और पूछताछ की गई लोगों से तो पता चला जो अटैक करने वाले हैं जो लोग बाहर से वो भी जलंधर के उन्हीं के गांव के और उन्हीं का दोस्त है जिसका मैं नाम नहीं बता सकता हूँ कि बहुत जल्द वो पुलिस की गिरफ्त में होगा और पुलिस अपने कार्रवाई कर रही है। पुलिस की जो टीम्स है उनका पीछा कर रही है। हम अभी सिर्फ ये चाहते हैं कि आप लोग मदद करें हमारी कि जो लोग हैं जल्द से जल्द उनको पकड़ सकें। आम आदमी पार्टी के संसद मैंबर राघव चड्ढा ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਐਲਾਨ ਕੀਤਾ ਹੈ ਕਿ ਵਿਸ਼ੇਸ਼ ਅਧਿਕਾਰਤ ਕਮੇਟੀ ਦੀ ਰਿਪੋਰਟ ਆਉਣ ਤੱਕ ਉਹ ਸਸਪੈਂਡ ਰਹਿਣਗੇ। ਜ਼ਿਕਰਯੋਗ ਹੈ ਕਿ ਰਾਘਵ ਚੱਡਾ ਤੇ ਕਈ ਸੰਸਦ ਮੈਂਬਰਾਂ ਦੇ ਜਾਲੀ ਦਸਤਖਤ ਕਰਨ ਦਾ ਦੋਸ਼ ਲਾਇਆ ਗਿਆ ਸੀ। ਆਪ ਆਗੂ ਸੰਜੇ ਸਿੰਘ ਪਹਿਲਾਂ ਹੀ ਮੁਅੱਤਲ ਸਨ। A holistic view on the gravity of his misdemeanor, violation of rules, defined attitude and inappropriate conduct, I find it expedient invoking Rule 266, read with Rule 256, and suspend Sri Raghav Chadha, member from the service of the Council, till the Council has the benefit of the report by the Committee of Privileges. Taking a conspicuous view of his continued misconduct, violation of directions, and blatant disregard of his the rules of the House, I find it expedient to refer the matter as indicated earlier to the Committee of Privileges. Further, I invoke Rule 266, read with Rule 256, that suspension order dated 24 July 2023 in respect of Shri Sanjay Singh may continue beyond the current session till the Council has the benefit of recommendation by the Committee of Privileges. Honorable members, when someone gets into Parliament, it's a historical achievement. And when someone gets into the upper house, Council of States, House of Elders, as compared to Lok Sabha, the term is 6 years. This house is ever in continuity, unlike Lok Sabha. Then it's a privilege and honor to be ever remembered. If in this house we fail to live up to the highest expectations of the people, framers of the Constitution, we are abdicating our constitutional obligations. कांग्रेस सांसद राहुल गांधी ने संसद च बेभरोसगी मते ते प्रधानमंत्री नरेंद्र मोदी दे जवाब ते प्रेस कॉन्फ्रेंस की है। उन्होंने कहा कि मणिपुर सड़ रहा अते प्रधानमंत्री हस हस के बोल रहे हैं, ये उन्होंने शोभा नहीं दिंदा। जेकर भारत विच किते हिंसा हो रही है तो उन्होंने इस तरह हस के नहीं बोलना चाहिए। राहुल गांधी ने कहा कि मैं लगभग 19 साल तो राजनीति विच हाँ, मैं हर सूबे विच गया, हड़ सुनामी हिंसा हुंदी है, ਅਸੀਂ ਜਾਂਦੇ ਹਾਂ। 19 ਸਾਲਾਂ ਦੇ ਆਪਣੇ ਤਜਰਬੇ ਵਿੱਚ ਮੈਂ ਮਣੀਪੁਰ ਵਿੱਚ ਜੋ ਦੇਖਿਆ ਹੈ ਮੈਂ ਹੋਰ ਕਿਤੇ ਨਹੀਂ ਦੇਖਿਆ। ਉਹਨਾਂ ਸਵਾਲ ਖੜੇ ਕੀਤੇ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਕੀ ਹੋ ਰਿਹਾ ਹੈ। ਜੇ ਉਹ ਨਹੀਂ ਜਾ ਸਕਦੇ ਤਾਂ ਉੱਥੇ ਗੱਲ ਕਰਨ। ਰਾਹੁਲ ਨੇ ਫਿਰ ਦੁਹਰਾਇਆ ਕਿ ਮਣੀਪੁਰ ਵਿੱਚ ਜੋ ਹੋ ਰਿਹਾ ਉਸ ਨੂੰ ਫੌਜ ਰੋਕ ਸਕਦੀ ਹੈ। ਪ੍ਰਧਾਨ ਮੰਤਰੀ ਮਣੀਪੁਰ ਨੂੰ ਸਾੜਨਾ ਚਾਹੁੰਦੇ ਹਨ, ਇਸ ਨੂੰ ਬਚਾਉਣਾ ਨਹੀਂ ਚਾਹੁੰਦੇ।
कल प्रधानमंत्री जी ने पार्लियामेंट में 2 घंटे, शायद 2 घंटे 13 मिनट, 2 घंटे 13 मिनट भाषण किया। उसमें अंत में 2 मिनट उन्होंने मणिपुर की बात की। मणिपुर में महीनों से आग लगी हुई है, लोग मारे जा रहे हैं, बलात्कार हो रहा है, बच्चों को मारा जा रहा है। और अगर आपने देखा होगा कल, तो प्रधानमंत्री हंस हंस के बोल रहे थे, मुस्कुरा रहे थे, जोक्स क्रैक कर रहे थे, हंस रहे थे। ये उनको शोभा नहीं देता है। हिंदुस्तान का प्रधानमंत्री, अगर इस देश में हिंसा हो रही है, दर्द हो रहा है, हिंदुस्तान के प्रधानमंत्री को 2 घंटे मजाक नहीं उड़ाना चाहिए। विषय कांग्रेस नहीं था, विषय मैं नहीं था, विषय मणिपुर है। मणिपुर में क्या हो रहा है और उसको एकदम क्यों नहीं रोका जा रहा है। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੇਲਵੇ ਦਾ ਆਧੁਨਿਕੀਕਰਨ ਹੋਣ ਨਾਲ ਆਮ ਅਤੇ ਗਰੀਬ ਵਰਗ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਉਹਨਾਂ ਇਸ ਮੌਕੇ ਨਗਰ ਨਿਗਮ ਅਬੋਹਰ ਦੇ ਕੌਂਸਲਰਾਂ ਤੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਬੋਲਦਿਆਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਹਨ। ਉਹਨਾਂ ਨੇ ਆਪਣੇ ਸ਼ਹਿਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਿਕਾਸ ਦਾ ਪੱਲਾ ਫੜਿਆ ਹੈ। ਉਹਨਾਂ ਕਿਹਾ ਕਿ ਵਿਕਾਸ ਅਤੇ ਤਰੱਕੀ ਦਾ ਦੂਜਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਇਤਿਹਾਸਕ ਕਦਮ ਚੁੱਕ ਕੇ ਹਰ ਵਰਗ ਦਾ ਦਿਲ ਜਿੱਤਿਆ ਹੈ। ਇਸ ਮੌਕੇ ਉਹਨਾਂ ਰੇਲਵੇ रोड ते बने फाटक की समस्या ते बोलदे कहा है कि जल्दी ही इस समस्या का हल किया जा रहा है। पंजाब दी अमन कानून ते बोलदे श्री जाखड़ ने कहा है कि आम लोगों का घरों निकलना मुहाल हो चुका है। कांग्रेस छड्डण बारे बोलदे उन्होंने कहा है कि कांग्रेस पार्टी इन्नी ज़्यादा खुद गर्ज हो गई सी कि वो पंजाब विच विरोधी धिर की भूमिका ही अदा करने विच असफल साबित हो रही सी। उन्होंने कहा है कि हुण पंजाब भाजपा विरोधी धिर की भूमिका अदा करेगी। अज जो मेरे सेहत का पुछण वास्ते विमल जी का फोन आया, कल मेरे नाल सीगे ते जो मैं कहा भी नहीं मैं ठीक हाँ, तो उन्होंने पहला सवाल सी जी एक आप मिल के जो सीवरेज का प्रोजेक्ट पे रेलवेज नाल वो कंप्लीट करवा के दो, क्योंकि सीवरेज की मेन जी एंड वाली पाइपलाइन है वो रेलवे डिपार्टमेंट पर बहुत अरसे तो रुकी पई है। तो मैं विमल जी को आ भी भरोसा दवाया भी ना सिर्फ आप करांगे बल्कि एक होर भी साडा बहुत ही लॉन्ग पेंडिंग प्रोजेक्ट अबोर रिलेटेड जिला गंगानगर रेलवे फाटक का मसला है। उस फाटक वास्ते पहला जो भी साडी रिपोर्ट बनी सी अंडरपास नूं लैके सो रिन्यूड कमिटमेंट के नाल मेरा प्रयास होगा भी अज मैं जिस पोजीशन से बैठा जिला विश्वास मेरे बीजेपी पार्टी ने किया है उस जो भी उसकी अथॉरिटी और जो भी वेट है इस्तेमाल करके सब तो पहला काम करवाने वाला करांगे ताकि वो फाटक वाली जी समस्या है जिस सारे वासियों प्रॉब्लम रही है उन्होंने ईदर वे वैदर इट इज अंडर ब्रिज वैदर इट इज ओवर ब्रिज या कोई होर इहदा रस्ता पाड़ के देयर वर टैक्नीकल इशूज जिहदे करके उस टाइम उस सिरे नहीं चढ़ सकिया। बट जो इन्ना कुछ हो रहा है तो वी विल कोशिश करके असीं करांगे ताकि उसकी कोई भी इन बिनों का कोई हल कट के उन्होंने हल किया जाए तो उन्होंने परसू ऑन वॉर फुटिंग तेजी नाल करके उसका मसला हल करांगे। हिमाचल प्रदेश के दूर दरांडे इलाके चंबा जिले के तीसा विच अज सवेरे 9:30 बजे एक भयानक सड़क हादसा वापरिया। ये पहाड़ी तीसा तो बिरागड़ रोड ते जा रहे पुलिस मुलाजमां नाल भरी गड्डी ते डिग गई, जिस कारण कार सड़क तो फिसल के नदी विच 300 मीटर डूंगी खड्ड विच जा डिगी। इस हादसे 6 पुलिस मुलाजमां समेत 7 की मौत हो गई है, जबकि 4 लोग जख्मी हैं।
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ 22 ਪਿੰਡ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ, ਜਿਸ ਵਿੱਚ ਕਰੀਬ 13,000 ਇਲਾਕਾ ਪਾਣੀ ਨਾਲ ਪ੍ਰਭਾਵਿਤ ਹੋਇਆ ਹੈ। ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੇ 22 ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ, ਜਿਸ ਵਿੱਚ ਫਾਜ਼ਿਲਕਾ ਦੇ 12 ਪਿੰਡ ਅਤੇ ਜਲਾਲਾਬਾਦ ਦੇ 10 ਪਿੰਡ ਸ਼ਾਮਲ ਹਨ। ਉਹਨਾਂ ਦੱਸਿਆ ਹੈ ਕਿ ਇਹਨਾਂ ਪਿੰਡਾਂ ਵਿੱਚ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਹਨਾਂ ਇਲਾਕਿਆਂ ਵਿੱਚ ਬੰਦ ਪਏ ਸਕੂਲ ਖੋਲ੍ਹ ਦਿੱਤੇ ਗਏ ਹਨ। ਉਹਨਾਂ ਕਿਹਾ ਹੈ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਵੀ ਪੈਸੇ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਹੜ੍ਹਾਂ ਲਈ 1.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਬਾੜ ਦੇ ਕਾਰਨ ਇੱਥੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਸੀ, ਤਕਰੀਬਨ 22 ਪਿੰਡ ਅਫੈਕਟਡ ਸੀ, 12 ਪਿੰਡ ਫਾਜ਼ਿਲਕਾ 'ਚ ਤੇ 10 ਪਿੰਡ ਜਲਾਲਾਬਾਦ 'ਚ ਅਫੈਕਟਡ ਸੀ। ਹੁਣ ਪਾਣੀ ਕਾਫੀ ਨੀਚੇ ਚਲਾ ਗਿਆ ਹੈ, ਵੀ ਆਰ ਕਮਿੰਗ ਬੈਕ ਟੂ ਨਾਰਮਲ, ਪਰ ਹਲੇ ਵੀ ਕੁਝ ਪਿੰਡਾਂ 'ਚ ਪਾਣੀ ਹੈ। ਅਸੀਂ ਗਿਰਦਾਵਰੀ ਦੇ ਆਪਣੇ ਆਰਡਰਸ ਦਿੱਤੇ ਹਨ। ਗਿਰਦਾਵਰੀ ਸਾਡੀ 1-2 ਦਿਨ 'ਚ ਸ਼ੁਰੂ ਹੋ ਜਾਏਗੀ, ਬਿਕੋਜ਼ ਪਾਣੀ ਉਦੋਂ ਤੱਕ ਹੋਰ ਨੀਚੇ ਚਲਾ ਜਾਏਗਾ। ਤੇ ਤਕਰੀਬਨ 13,000 ਏਕੜ ਜੋ ਹੈ ਰਕਬਾ ਹੈ ਜਿਹੜਾ ਆਇਆ ਬਾੜ ਦੇ ਅੰਦਰ, ਔਰ 2 ਡੈਥਸ ਹੋਈਆਂ ਸੀ ਜਿਹਦੀ ਅਸੀਂ ਕੰਪਨਸੇਸ਼ਨ ਦਿੱਤੀ ਹੈ, ਐਂਡ 4 ਪਸ਼ੂਆਂ ਦਾ ਨੁਕਸਾਨ ਹੋਇਆ ਸੀ, ਉਹ ਵੀ ਅਸੀਂ ਕੰਪਨਸੇਸ਼ਨ ਦਿੱਤੀ, ਔਰ ਤਕਰੀਬਨ 15 ਘਰ ਸੀ ਜਿਹੜੇ ਢਹਿ ਗਏ ਸੀ, ਅਸੀਂ ਉਹ ਵੀ ਗਵਰਨਮੈਂਟ ਰੂਲਾਂ ਮੁਤਾਬਿਕ ਉਹਨਾਂ ਦੀ ਕੰਪਨਸੇਸ਼ਨ ਦਿੱਤੀ। ਤੁਹਾਨੂੰ ਗਵਰਨਮੈਂਟ ਵੱਲੋਂ 1.5 ਕਰੋੜ ਆਇਆ ਸੀ ਜੀ, ਹਲੇ ਸਾਡੇ ਕੋਲ ਫੰਡਸ ਹਲੇ ਵੀ ਹੈਗਾ। ਅਸੀਂ ਉਹਦੇ 'ਚੋਂ ਜੋ ਸਾਡੀ ਜ਼ਰੂਰਤਾਂ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ। ਜਿੰਨੀ ਉੱਥੇ ਬਾੜ ਦੇ ਦੌਰਾਨ 10-15 ਦਿਨ ਜਿੰਨਾ ਵੀ ਸੀ ਅਸੀਂ ਉਹਨਾਂ ਨੂੰ ਤਰਪਾਲਾਂ ਦਿੱਤੀਆਂ, ਉਹਨਾਂ ਨੂੰ ਖਾਣ ਪੀਣ ਦਾ ਦਿੱਤਾ, ਜੋ ਵੀ ਇੰਤਜ਼ਾਮ ਸੀ ਅਸੀਂ ਸਾਰਾ ਉਸ ਫੰਡਸ 'ਚੋਂ ਕਰ ਰਹੇ। ਮੇਜਰਲੀ ਝੋਨਾ ਪ੍ਰਭਾਵਿਤ ਹੋਇਆ ਹੈ ਜੀ, ਤੇ ਉਹ ਹੁਣ ਜਦੋਂ ਪਾਣੀ ਬਿਲਕੁਲ ਖਤਮ ਹੋ ਜਾਏਗਾ ਫਿਰ ਦੇਖਾਂਗੇ ਕਿ ਜੇ ਝੋਨਾ ਲੱਗ ਸਕਦਾ, ਬਿਕੋਜ਼ ਹਲੇ ਤੱਕ ਆ ਰਿਹਾ ਸੀ ਕਿ 10 ਤੋਂ 15 ਤਰੀਕ ਤੱਕ ਝੋਨਾ ਲਗਾ ਸਕਦੇ ਹਾਂ, ਬਟ ਕਿਉਂਕਿ ਪਾਣੀ ਹਲੇ ਵੀ ਹੈਗਾ, ਉਹ ਜਦੋਂ ਪਾਣੀ ਰਿਸੀਡ ਹੋਏਗਾ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਝੋਨਾ ਲੱਗ ਸਕਦਾ। ਮੈਮ, ਸਕੂਲਾਂ ਨੂੰ ਬੰਦ ਕੀਤਾ ਗਿਆ ਸੀਗਾ, ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ? ਅਸੀਂ ਉਹ ਸਕੂਲ ਅੱਜ ਖੋਲ ਰਹੇ ਹਾਂ ਜੀ। ਹੁਣ ਅਸੀਂ ਉਹੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਅਸੀਂ ਨਾਰਮਲ ਹਾਲਾਤ ਆ ਰਹੇ ਹਾਂ ਜੀ, ਤੇ ਅਸੀਂ ਅੱਜ ਸਕੂਲ ਖੋਲ ਰਹੇ ਹਾਂ ਜੀ, ਉਹ ਵੀ ਆਰਡਰ ਕਰ। ਵਾਸ਼ਿੰਗਟਨ ਸਥਿਤ ਭਾਰਤੀ ਸਿਫਾਰਤਖਾਨੇ ਨੇ ਨਿਊਯਾਰਕ ਰਾਜ ਦੇ ਪੁਲਿਸ ਜਵਾਨ ਨੂੰ ਦਾੜੀ ਰੱਖਣ ਤੋਂ ਰੋਕਣ ਦਾ ਮਾਮਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ। ਨਿਊਯਾਰਕ ਸਟੇਟ ਦੇ ਫੌਜੀ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ ਵਿਆਹ ਮੌਕੇ ਦਾੜੀ ਰੱਖਣ ਦੀ ਇਜਾਜ਼ਤ ਮੰਗੀ ਸੀ। ਉਸ ਦੀ ਬੇਨਤੀ ਨੂੰ ਇਸ ਆਧਾਰ ਤੇ ਰੱਦ ਕਰ ਦਿੱਤਾ ਗਿਆ ਸੀ ਕਿ ਲੋੜ ਪੈਣ ਤੇ ਗੈਸ ਮਾਸਕ ਪਹਿਨਣ ਮੌਕੇ ਦਾੜੀ ਕਾਰਨ ਸੁਰੱਖਿਆ ਜੋਖਮ ਪੈਦਾ ਹੋ ਸਕਦਾ ਹੈ। ਇੱਥੇ ਭਾਰਤੀ ਅਧਿਕਾਰੀਆਂ ਨੇ ਇਹ ਮੁੱਦਾ ਨਿਊਯਾਰਕ ਰਾਜ ਦੇ ਗਵਰਨਰ ਦੇ ਦਫ਼ਤਰ ਕੋਲ ਉਠਾਇਆ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਮਾਮਲਾ ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਕੋਲ ਉਠਾਇਆ। ਅਧਿਕਾਰੀਆਂ ਨੇ ਦੱਸਿਆ ਹੈ ਕਿ ਨਿਊਯਾਰਕ ਸਟੇਟ ਪੁਲਿਸ ਅਤੇ ਗਵਰਨਰ ਦਫ਼ਤਰ ਵੀ ਇਸ ਤੇ ਕੰਮ ਕਰ ਰਹੇ ਹਨ। ਪਿਛਲੇ ਦਿਨੀ ਕਈ ਦਵਾਈਆਂ 'ਚ ਪਾਈਆਂ ਗਈਆਂ ਕਮੀਆਂ ਨੂੰ ਲੈ ਕੇ ਅੱਜ ਲੋਕ ਸਭਾ 'ਚ ਸੂਚਿਤ ਕੀਤਾ ਗਿਆ ਕਿ ਪੰਜਾਬ ਅਦਾਲਤ ਡਰੱਗ ਨਿਰਮਾਤਾ ਨੂੰ WHO ਦੁਆਰਾ ਇੱਕ ਚੇਤਾਵਨੀ ਦੇ ਬਾਅਦ ਇਕੱਠੇ ਕੀਤੇ ਗਏ ਨਮੂਨੇ ਮਿਆਰੀ ਗੁਣਵੱਤਾ ਦੇ ਨਹੀਂ ਪਾਏ ਜਾਣ ਤੋਂ ਬਾਅਦ ਸਾਰੀਆਂ ਨਿਰਮਾਣ ਗਤੀਵਿਧੀਆਂ ਨੂੰ ਰੋਕਣ ਲਈ ਕਿਹਾ ਗਿਆ ਕਿ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਰਿਵਾਰ ਨੇ ਸੰਸਦ ਦੇ ਹੇਠਲੇ ਸਦਨ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ WHO ਨੇ ਮਾਰਸ਼ਲ ਟਾਪੂ ਅਤੇ ਸੰਘੀ ਰਾਜਾਂ ਵਿੱਚ ਭਾਰਤ ਵਿੱਚ ਬਣੇ ਗੁਆਈਫੈਨਸਿਨ ਸੀਰਮ ਦੇ ਇੱਕ ਬੈਂਚ ਲਈ ਇੱਕ ਮੈਡੀਕਲ ਉਤਪਾਦ ਅਲਰਟ ਜਾਰੀ ਕੀਤਾ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਕੱਲ੍ਹ ਨੂੰ ਫਿਰ ਤੋਂ ਹਾਜ਼ਰ ਹੋਵਾਂਗੇ ਇਸ ਸਮੇਂ। ਕੱਲ੍ਹ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ, ਤੇ ਹੁਣ ਲਈ ਦਿਓ ਸਾਨੂੰ ਇਜਾਜ਼ਤ। ਬਣੇ ਰਹੋ ਅਜੀਤ ਵੈਬ TV ਦੇ ਨਾਲ।